हेलो एवरीवन, इंग्लिश लर्निंग कोर्स ਦੇ ਡੇ 25 ਵਿੱਚ ਤੁਹਾਡਾ ਸਵਾਗਤ ਹੈ। ਟੁਡੇ ਵੀ ਆਰ ਗੋਇੰਗ ਟੂ ਟਾਕ ਅਬਾਊਟ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਪੈਸਿਵ ਟੈਂਸ। ਪ੍ਰੈਜ਼ੈਂਟ ਪਰਫੈਕਟ ਦੇ ਪੈਸਿਵ ਬਣਾਉਣਾ ਥੋੜਾ ਆਸਾਨ ਹੁੰਦਾ ਹੈ। ਐਕਟਿਵ ਵੌਇਸ ਵਿੱਚ ਹੈਲਪਿੰਗ ਵਰਬ ਹੈਜ਼ ਅਤੇ ਹੈਵ ਸੀ ਅਤੇ ਪੈਸਿਵ ਵੌਇਸ ਵਿੱਚ ਵੀ ਹੈਜ਼ ਹੈਵ ਹੀ ਹੈਲਪਿੰਗ ਵਰਬ ਰਹਿਣਗੇ ਅਤੇ ਵਰਬ ਦੀ ਥਰਡ ਫਾਰਮ ਐਕਟਿਵ ਵੌਇਸ ਵਿੱਚ ਵੀ ਸੀ ਅਤੇ ਪੈਸਿਵ ਵੌਇਸ ਵਿੱਚ ਵੀ ਵਰਬ ਦੀ ਥਰਡ ਫਾਰਮ ਹੀ ਵਰਤੀ ਜਾਏਗੀ। ਸੋ ਯਾਦ ਰੱਖਣਾ ਕਿ ਹੈਜ਼ ਅਤੇ ਹੈਵ ਕਿਹੜੇ ਸਬਜੈਕਟਸ ਨਾਲ ਲੱਗਦੇ ਹਨ। ਆਈ ਵੀ ਦੇ ਯੂ ਅਤੇ ਪਲੂਰਲ ਨਾਲ ਅਸੀਂ ਹੈਵ ਦੀ ਵਰਤੋਂ ਕਰਦੇ ਹਾਂ। ਹੀ ਸ਼ੀ ਇਟ ਅਤੇ ਸਿੰਗੂਲਰ ਨਾਲ ਹੈਜ਼ ਦੀ ਵਰਤੋਂ ਕਰਦੇ ਹਾਂ। ਸੋ ਵੇਖਦੇ ਹਾਂ ਕਿ ਪੈਸਿਵ ਟੈਂਸਿਸ ਵਿੱਚ ਸੈਂਟੈਂਸਿਸ ਵਿੱਚ ਅਸੀਂ ਬਿਨ ਦਾ ਯੂਜ਼ ਕਰਨਾ ਹੈ, ਹੈਜ਼ ਬਿਨ ਜਾਂ ਹੈਵ ਬਿਨ। ਟੈਂਸਿਸ ਵਿੱਚ ਅਸੀਂ ਵੇਖਿਆ ਸੀ ਐਕਟਿਵ ਵੌਇਸ ਉਹ ਫੁੱਲ ਤੋੜ ਚੁੱਕੀ ਹੈ, ਪੈਸਿਵ ਵੌਇਸ ਫੁੱਲ ਉਸ ਦੁਆਰਾ ਤੋੜੇ ਜਾ ਚੁੱਕੇ ਹਨ। ਸੋ ਦੋਵੇਂ ਹੀ ਸੈਂਟੈਂਸਿਸ ਪ੍ਰੈਜ਼ੈਂਟ ਪਰਫੈਕਟ ਟੈਂਸ ਵਿੱਚ ਹਨ, ਇੱਕ ਐਕਟਿਵ ਵੌਇਸ ਵਿੱਚ ਅਤੇ ਦੂਸਰਾ ਪੈਸਿਵ ਵੌਇਸ ਵਿੱਚ। ਸੋ ਜਦੋਂ ਅਸੀਂ ਐਕਟਿਵ ਵੌਇਸ ਵਿੱਚ ਵੇਖਦੇ ਹਾਂ ਸ਼ੀ ਹੈਜ਼ ਪਲੱਕਡ ਦਾ ਫਲਾਵਰਸ, ਉਹ ਫੁੱਲ ਤੋੜ ਚੁੱਕੀ ਹੈ। ਕਿਉਂਕਿ ਦਾ ਫਲਾਵਰਸ ਪਲੂਰਲ ਹੈ, ਇਸ ਲਈ ਜਦੋਂ ਅਸੀਂ ਉਸ ਨੂੰ ਸਬਜੈਕਟ ਬਣਾਇਆ ਤਾਂ ਅਸੀਂ ਹੈਵ ਦਾ ਪ੍ਰਯੋਗ ਕੀਤਾ ਹੈ। ਵੀ ਹੈਵ ਯੂਜ਼ਡ ਹੈਵ ਬਿਨ। ਦਾ ਫਲਾਵਰਸ ਹੈਵ ਬਿਨ ਪਲੱਕਡ ਬਾਏ ਹਰ। ਸੋ ਬਾਏ ਫਰੇਜ਼ ਵਿੱਚ ਅਸੀਂ ਕਿਸ ਤਰ੍ਹਾਂ ਆਏ ਤੋਂ ਮੀ ਬਣਾਉਂਦੇ ਹਾਂ ਇਹ ਤੁਹਾਨੂੰ ਪਹਿਲਾਂ ਹੀ ਪਤਾ ਹੈ। ਇਹ ਟੇਬਲ ਚੰਗੀ ਤਰ੍ਹਾਂ ਯਾਦ ਕਰ ਲਓ। ਸੋ ਰੂਲਸ ਵੇਖਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਐਕਟਿਵ ਤੋਂ ਪੈਸਿਵ ਬਣਾਉਂਦੇ ਹਾਂ ਇਨ ਪ੍ਰੈਜ਼ੈਂਟ ਪਰਫੈਕਟ ਟੈਂਸ। ਸੋ ਅਫਰਮੇਟਿਵ ਸੈਂਟੈਂਸਿਸ ਵਿੱਚ ਹੈਜ਼ ਹੈ ਪਲੱਸ ਥਰਡ ਫਾਰਮ ਪਲੱਸ ਆਬਜੈਕਟ, ਇਹ ਪਹਿਲੋਂ ਹੀ ਅਸੀਂ ਟੈਂਸਿਸ ਵਿੱਚ ਵੇਖਿਆ ਹੈ। ਹੁਣ ਪੈਸਿਵ ਵੌਇਸ ਵਿੱਚ ਸਿਰਫ ਹੈਜ਼ ਬਿਨ ਅਤੇ ਹੈਵ ਬਿਨ, ਥਰਡ ਫਾਰਮ ਇਸੇ ਤਰ੍ਹਾਂ ਹੀ ਪਹਿਲਾਂ ਵਾਂਗ ਹੀ ਲੱਗੇਗੀ ਅਤੇ ਆਬਜੈਕਟ ਲੱਗ ਜਾਏਗਾ। ਨੈਗੇਟਿਵ ਸੈਂਟੈਂਸਿਸ ਵਿੱਚ ਸਬਜੈਕਟ ਤੋਂ ਬਾਅਦ ਹੈਜ਼ ਨਾਟ ਬਿਨ, ਹੈਵ ਨਾਟ ਬਿਨ ਅਤੇ ਵਰਬ ਦੀ ਥਰਡ ਫਾਰਮ ਪਲੱਸ ਆਬਜੈਕਟ। ਇੰਟੈਰੋਗੇਟਿਵ ਸੈਂਟੈਂਸਿਸ ਵਿੱਚ ਜੇਕਰ ਕੁਐਸਚਨ ਵਰਡ ਹੈ ਤਾਂ ਸਭ ਤੋਂ ਪਹਿਲਾਂ ਆ ਜਾਂਦਾ ਹੈ, ਉਸ ਤੋਂ ਬਾਅਦ ਹੈਜ਼ ਹੈਵ ਪਲੱਸ ਸਬਜੈਕਟ ਪਲੱਸ ਬਿਨ, ਸਬਜੈਕਟ ਤੋਂ ਬਾਅਦ ਹੀ ਰਹਿਣਾ ਹੈ ਅਤੇ ਥਰਡ ਫਾਰਮ ਦੇ ਨਾਲ ਹੀ ਰਹਿਣਾ ਹੈ ਪਲੱਸ ਆਬਜੈਕਟ। ਅਸੀਂ ਅਫਰਮੇਟਿਵ ਸੈਂਟੈਂਸਿਸ ਸ਼ੁਰੂ ਕਰਦੇ ਹਾਂ। ਵੀਡੀਓ ਨੂੰ ਲਾਸਟ ਤੱਕ ਵੇਖਣਾ ਤਾਂ ਕਿ ਤੁਸੀਂ ਨੈਗੇਟਿਵ ਅਤੇ ਇੰਟੈਰੋਗੇਟਿਵ ਸੈਂਟੈਂਸਿਸ ਵਿਦ ਕੁਐਸਚਨ ਵਰਡਸ ਵੀ ਸਮਝ ਲਵੋ। ਸ਼ੁਰੂ ਕਰਦੇ ਹਾਂ। ਪੁਲਿਸ ਹੈਵ ਰਜਿਸਟਰਡ ਅ ਕੇਸ। ਅ ਕੇਸ ਨੂੰ ਅਸੀਂ ਸਭ ਤੋਂ ਪਹਿਲਾਂ ਲੈ ਆਏ ਕਿਉਂਕਿ ਅ ਕੇਸ ਸਿੰਗੂਲਰ ਹੈ, ਇਸ ਲਈ ਅਸੀਂ ਇਸ ਨਾਲ ਹੈਜ਼ ਦੀ ਵਰਤੋਂ ਕਰਦੇ ਹਾਂ। ਹੈਜ਼ ਬਿਨ, ਅ ਕੇਸ ਹੈਜ਼ ਬਿਨ ਰਜਿਸਟਰਡ, ਉੱਪਰ ਵੀ ਵਰਬ ਦੀ ਫਾਰਮ ਥਰਡ ਸੀ, ਇਸ ਵਿੱਚ ਵੀ ਅਸੀਂ ਥਰਡ ਫਾਰਮ ਹੀ ਸੇਮ ਰਜਿਸਟਰਡ ਲੈ ਆਂਦੀ ਹੈ ਅਤੇ ਬਾਏ ਫੇਜ਼ ਨਾਲ ਅਸੀਂ ਦਾ ਪੁਲਿਸ ਲਗਾ ਦਿੱਤਾ। ਅ ਕੇਸ ਹੈਜ਼ ਬਿਨ ਰਜਿਸਟਰਡ ਬਾਏ ਦਾ ਪੁਲਿਸ। ਦੇ ਹੈਵ ਮਿਸਡ ਦਾ ਫਲਾਈਟ। ਦਾ ਫਲਾਈਟ ਸਭ ਤੋਂ ਪਹਿਲਾਂ ਲੈ ਆਂਦਾ ਹੈਜ਼ ਬਿਨ, ਕਿਉਂਕਿ ਫਲਾਈਟ ਸਿੰਗੂਲਰ ਹੈ ਇਸ ਲਈ ਅਸੀਂ ਹੈਜ਼ ਬਿਨ ਯੂਜ਼ ਕੀਤਾ ਹੈ। ਉੱਪਰ ਵਾਲਾ ਹੈਵ ਦੇ ਸਬਜੈਕਟ ਕਰਕੇ ਹੈ ਕਿਉਂਕਿ ਦੇ ਆਈ ਵੀ ਦੇ ਯੂ ਦੇ ਨਾਲ ਅਸੀਂ ਹੈਵ ਦੀ ਯੂਜ਼ ਕਰਦੇ ਹਾਂ, ਇਸ ਲਈ ਅਸੀਂ ਉੱਪਰ ਹੈਵ ਯੂਜ਼ ਕੀਤਾ ਹੈ। ਦਾ ਫਲਾਈਟ ਹੈਜ਼ ਬਿਨ ਮਿਸਡ ਬਾਏ ਦੇ ਤੋਂ ਦੈਮ। She has stolen my money. My money because it's singular, has आएगा कि have, हाँ जी has been stolen by her. My money has been stolen by her. The fire has destroyed many huts. ਫਾਇਰ ਨੇ ਬਹੁਤ ਸਾਰੀਆਂ ਹਰਟਸ ਝੌਂਪੜੀਆਂ ਤਬਾਹ ਕਰ ਦਿੱਤੀਆਂ। ਡਿਸਟਰੋਏ ਮਤਲਬ ਤਬਾਹ ਕਰਨਾ। ਸੋ ਅਸੀਂ ਮੈਨੀ ਹਰਟਸ ਬਿਕੋਜ਼ ਇਟਸ ਪਲੂਰਲ, ਕਿਉਂਕਿ ਇਹ ਪਲੂਰਲ ਹੈ ਇਸ ਲਈ ਇਸ ਨਾਲ ਹੈਵ ਦੀ ਵਰਤੋਂ ਕਰਾਂਗੇ। ਮੈਨੀ ਹਰਟਸ ਹੈਵ ਬਿਨ ਡਿਸਟਰੋਇਡ ਬਾਏ ਦਾ ਫਾਇਰ। ਦਾ ਫਾਇਰ ਨੂੰ ਐਜ਼ ਇਟ ਇਜ਼ ਅਸੀਂ ਆਬਜੈਕਟ ਬਣਾ ਲਿਆ ਹੈ। ਹੁਣ ਅਸੀਂ ਨੈਗੇਟਿਵ ਸੈਂਟੈਂਸਿਸ ਵੇਖਦੇ ਹਾਂ। ਦ ਟੀਚਰ ਹੈਜ਼ ਨਾਟ ਫਿਨਿਸ਼ਡ ਦਾ ਲੈਸਨ। ਦਾ ਲੈਸਨ
has not been finished by the teacher. She has not given up smoking. So give up ਹੁੰਦਾ ਹੈ ਛੱਡਣਾ, ਤਿਆਗਣਾ। ਸੋ ਉਸ ਨੇ ਸਿਗਰਟ ਪੀਣੀ ਨਹੀਂ ਤਿਆਗੀ ਹੈ। ਸਮੋਕਿੰਗ ਸਿਗਰਟ ਪੀਣਾ। She has not given up smoking. So smoking has not been given up by her. Smoking ਉਸ ਦੁਆਰਾ ਛੱਡੀ ਨਹੀਂ ਗਈ ਹੈ। You have not returned my book. ਤੁਸੀਂ ਮੇਰੀ ਕਿਤਾਬ ਵਾਪਸ ਨਹੀਂ ਕੀਤੀ ਹੈ। My book has not been returned by you. ਮੇਰੀ ਕਿਤਾਬ ਤੁਹਾਡੇ ਦੁਆਰਾ ਵਾਪਸ ਨਹੀਂ ਕੀਤੀ ਗਈ ਹੈ। The teacher has not scolded me. Scold ਝਿੜਕਣਾ। ਟੀਚਰ ਨੇ ਮੈਨੂੰ ਨਹੀਂ ਝਿੜਕਿਆ ਹੈ। I have not been scolded by the teacher. ਮੈਂ ਟੀਚਰ ਦੁਆਰਾ ਝਿੜਕਿਆ ਨਹੀਂ ਗਿਆ ਹਾਂ। Interrogative sentences. Have you taken tea? ਕੀ ਤੁਸੀਂ ਚਾਹ ਪੀ ਲਈ ਹੈ ਜਾਂ ਕੀ ਤੁਸੀਂ ਚਾਹ ਪੀ ਚੁੱਕੇ ਹੋ? ਇਹਦਾ ਅਸੀਂ ਪੈਸੇ ਬਣਾਉਣੇ ਹਾਂ। ਟੀ ਦੇ ਅਕੋਰਡਿੰਗ ਅਸੀਂ ਹੈਜ਼ ਨੂੰ ਸਭ ਤੋਂ ਪਹਿਲਾਂ ਲਿਖਿਆ ਕਿਉਂਕਿ ਟੀ ਸਿੰਗੂਲਰ ਹੈ, ਇਸ ਨਾਲ ਹੈਜ਼ ਲੱਗੇਗਾ। ਹੈਜ਼ ਟੀ ਬਿਨ ਟੇਕਨ ਬਾਈ ਯੂ? ਕੀ ਚਾਹ ਤੁਹਾਡੇ ਦੁਆਰਾ ਪੀਤੀ ਜਾ ਚੁੱਕੀ ਹੈ? ਸੋ ਨੈਕਸਟ ਵੇਖਦੇ ਹਾਂ। ਹੈਜ਼ ਸ਼ੀ ਡਰਾਨ ਪਿਕਚਰਸ? ਕੀ ਉਸਨੇ ਤਸਵੀਰਾਂ ਵਾਹ ਲਈਆਂ ਹਨ? ਕਿਉਂਕਿ ਪਿਕਚਰ ਪਲੂਰਲ ਹੈ ਇਸ ਲਈ ਅਸੀਂ ਹੈਵ ਯੂਜ਼ ਕੀਤਾ ਸਭ ਤੋਂ ਪਹਿਲਾਂ। ਹੈਵ ਪਿਕਚਰਸ ਬਿਨ ਡਰਾਨ ਬਾਏ ਹਰ? ਸ਼ੀ ਤੋਂ ਹਰ। ਹੈਵ ਯੂ ਪੋਸਟਡ ਦਾ ਲੈਟਰ? ਦਾ ਲੈਟਰ ਬਿਕੋਜ਼ ਇਟਸ ਲੈਟਰ ਇਜ਼ ਸਿੰਗੂਲਰ। ਸਿੰਗੂਲਰ ਦੇ ਨਾਲ ਅਸੀਂ ਹੈਜ਼ ਦੀ ਵਰਤੋਂ ਕਰਾਂਗੇ। ਸੋ ਸ਼ੁਰੂ 'ਤੇ ਹੈਜ਼ ਸਭ ਤੋਂ ਪਹਿਲਾਂ ਆ ਗਿਆ। ਹੈਜ਼ ਦਾ ਲੈਟਰ ਬਿਨ ਸਬਜੈਕਟ ਤੋਂ ਬਾਅਦ ਹੈਜ਼ ਦਾ ਲੈਟਰ ਬਿਨ ਪੋਸਟਡ ਬਾਏ ਯੂ? ਯੂ ਤੋਂ ਯੂ ਹੀ ਰਹਿ ਗਿਆ। ਹੈਜ਼ ਸ਼ੀ ਸੀਨ ਦਿਸ ਮੂਵੀ? ਦਿਸ ਮੂਵੀ ਸਿੰਗੂਲਰ ਇਸ ਲਈ ਅਸੀਂ ਹੈਜ਼ ਦਿਸ ਮੂਵੀ ਬਿਨ ਸੀਨ ਬਾਏ ਹਰ? ਵਾਈ ਹੈਜ਼ ਸ਼ੀ ਬੀਟਨ ਦਾ ਚਿਲਡਰਨ? ਉਸ ਨੇ ਬੱਚਿਆਂ ਨੂੰ ਕਿਉਂ ਕੁੱਟਿਆ ਹੈ? ਵਾਈ ਹੈਵ ਦਾ ਚਿਲਡਰਨ? ਬਿਕੋਜ਼ ਚਿਲਡਰਨ ਇਜ਼ ਪਲੂਰਲ। ਸੋ ਅਸੀਂ ਵਾਈ ਹੈਵ ਦਾ ਚਿਲਡਰਨ ਬਿਨ ਬੀਟਨ ਬਾਏ ਹਰ? ਹਾਊ ਹੈਵ ਯੂ ਡੈਮੇਜ ਦਾ ਕਾਰ? ਤੁਸੀਂ ਕਾਰ ਨੂੰ ਕਿਸ ਤਰ੍ਹਾਂ ਡੈਮੇਜ ਕੀਤਾ ਹੈ? ਸੋ ਦਾ ਕਾਰ ਇਸ ਲਈ ਅਸੀਂ ਹੈਜ਼ ਲਗਾਵਾਂਗੇ, ਪਰੰਤੂ ਕੁਐਸਚਨ ਵਰਡ ਹੈ ਇਸ ਲਈ ਸਭ ਤੋਂ ਪਹਿਲਾਂ ਹਾਊ ਯੂਜ਼ ਕਰਾਂਗੇ। ਹਾਊ ਹੈਜ਼ ਦਾ ਕਾਰ ਬਿਨ ਡੈਮੇਜਡ ਬਾਏ ਯੂ? ਹਾਊ ਹੈਜ਼ ਦਾ ਕਾਰ ਬਿਨ ਡੈਮੇਜਡ ਬਾਏ ਯੂ? ਵੈਨ ਹੈਜ਼ ਸ਼ੀ ਕ੍ਰੋਸਡ ਦਾ ਬਾਰਡਰ? ਉਸ ਨੇ ਬਾਰਡਰ ਕਦੋਂ ਪਾਰ ਕੀਤਾ ਹੈ ਜਾਂ ਉਹ ਕਦੋਂ ਬਾਰਡਰ ਪਾਰ ਕਰ ਚੁੱਕੀ ਹੈ? ਸੋ ਵੈਨ ਕੁਐਸਚਨ ਵਰਡ ਹੈ ਇਸ ਲਈ ਅਸੀਂ ਵੈਨ, ਬਿਕੋਜ਼ ਬਾਰਡਰ ਇਜ਼ ਸਿੰਗੂਲਰ, ਬਾਰਡਰ ਇੱਕ ਵਚਨ ਹੈ ਇਸ ਲਈ ਅਸੀਂ ਹੈਜ਼ ਦਾ ਯੂਜ਼ ਕੀਤਾ ਹੈ। ਵੈਨ ਹੈਜ਼ ਦਾ ਬਾਰਡਰ ਬਿਨ ਕ੍ਰੋਸਡ ਬਾਏ ਹਰ? ਵੈਨ ਹੈਜ਼ ਦਾ ਬਾਰਡਰ ਬਿਨ ਕ੍ਰੋਸਡ ਬਾਏ ਹਰ? What have you finally decided? What has finally been decided by you? Who has taught him Punjabi? ਸੋ ਅਸੀਂ ਇੱਥੇ ਹਿਮ ਨੂੰ ਹੀ ਬਣਾਵਾਂਗੇ। ਹੂ ਤੋਂ ਬਾਏ whom? ਸਭ ਤੋਂ ਪਹਿਲਾਂ ਬਾਏ whom? ਬਾਏ whom has he been taught Punjabi? Who has promoted him to the next class? ਫਿਰ who ਤੋਂ by whom? him ਤੋਂ ਅਸੀਂ ਹੀ ਬਣਾਇਆ। has he been promoted to the next class? ਸੇਮ ਉਸੇ ਤਰ੍ਹਾਂ ਅਸੀਂ ਪਿੱਛੇ ਲਗਾ ਦਿੱਤਾ। ਹੁਣ ਪ੍ਰੈਕਟਿਸ ਲਈ ਤੁਹਾਨੂੰ ਕੁਝ ਸੈਂਟੈਂਸਸ ਦਿੱਤੇ ਗਏ ਹਨ, ਇਹਨਾਂ ਨੂੰ ਬਣਾ ਕੇ ਤੁਸੀਂ ਕਮੈਂਟ ਬਾਕਸ ਵਿੱਚ ਭੇਜ ਦੇਣਾ।